ਚੌਂਡੀ ਤਿਲੈ ਪਾਏ ਨਾਨਕ ਏਕੀ ਬਾਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸੈ ਰਜਾਏ, ਸੋ ਕਰੇ ਜਿਤ ਸੈ ਰਜਾਏ। ਸੁਧ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਤਿਗੁਰੂ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨੂੰ ਬਣ ਆਵੇ। ਆਓ ਸਰਣ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਨਰਿੰਦਰ ਸਿੰਘ ਜੀ ਅਰਬਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਤੀਜਾ। ਪੜਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥਕੇ, ਦੂਜੈ ਪਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰਿ ਪਾਇਆ, ਸਹਿਜ ਕਰੇ ਵਿਚਾਰ। ਧਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਧਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਤੇ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੇ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਚੱਲ ਰਹੀ ਕਥਾ ਗੁਰਬਾਣੀ ਦੀ ਸਰਵਣ ਕਰਨ ਲਈ ਸੋ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 650 ਤੇ ਸੁਸ਼ੋਭਿਤ ਹੈ। ਸੋਰਠ ਦੀ ਵਾਰ ਹੈ। ਇਸ ਸ਼ਬਦ ਵਿੱਚ 2 ਸ਼ਲੋਕ ਤੇ 1 ਪੌੜੀ ਹੈ। ਦੋਨੋਂ ਹੀ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਤੇ ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸੋ ਆਓ ਆਪਾਂ ਸਤਿਗੁਰੂ ਜੀ ਦੁਆਰਾ ਬਖਸ਼ਿਆ ਉਪਦੇਸ਼ ਸਮਝੀਏ। ਸ਼ਲੋਕ ਮਹੱਲਾ ਤੀਜਾ। ਪੜਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਪੜਨਾ ਗੁਣਨਾ ਹੁੰਦਾ ਵਿਚਾਰ ਕਰਨੀ। ਸੋ ਇਹ ਇੱਕ ਜਿੱਦਾਂ ਵਿੱਦਿਆ ਪੜ੍ਹਨੀ ਪੜ੍ਹਾਉਣੀ ਕੰਮ ਆ ਇੱਕ, ਇਹ ਵੀ ਇੱਕ ਕੰਮ ਹੈ ਪਾਤਸ਼ਾਹ। ਸੰਸਾਰ ਕੀ ਕਾਰ ਹੈ। ਹੁਣ ਧਾਰਮਿਕ ਖੇਤਰ ਵਿੱਚ ਵੀ ਧਾਰਮਿਕ ਪੋਥੀਆਂ ਨੂੰ ਪੜ੍ਹਨਾ ਪੜ੍ਹਾਉਣਾ ਵਿਚਾਰ ਕਰਨੀ ਉਪਦੇਸ਼ ਦੇਣਾ ਉਪਦੇਸ਼ ਲੈਣਾ ਸਾਰਾ ਕੁਛ ਵਿੱਚ ਹੀ ਆ ਗਿਆ। ਇਹ ਵੀ ਇੱਕ ਕੰਮ ਬਣ ਗਿਆ। ਕਹਿੰਦੇ ਇਹ ਵੀ ਸੰਸਾਰ ਦੇ ਵਿੱਚ ਕੰਮ ਹੋ ਗਿਆ।
ਜੇ ਧਾਰਮਿਕ ਗ੍ਰੰਥ ਪੜ੍ਹਨ ਦੇ ਨਾਲ, ਸੁਣਨ ਦੇ ਨਾਲ, ਵਿਚਾਰਨ ਦੇ ਨਾਲ ਅੰਦਰੋਂ ਵਿਕਾਰ ਨਹੀਂ ਖਤਮ ਹੋਏ, ਤ੍ਰਿਸ਼ਨਾ ਨਹੀਂ ਖਤਮ ਹੋਈ, ਫਿਰ ਤਾਂ ਪੜ੍ਹਨੇ ਵਾਲਾ, ਸੁਣਨੇ ਵਾਲਾ, ਵਿਚਾਰਨੇ ਵਾਲਾ, ਸੋ ਇਹ ਜਿੱਦਾਂ ਬਾਕੀ ਦੇ ਕੰਮ ਨੇ ਇੱਦਾਂ ਹੀ ਇਹ ਵੀ ਕੰਮ ਹੋ ਗਿਆ। ਫਿਰ ਕਹਿੰਦੇ ਪਾਤਸ਼ਾਹ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਫਾਇਦਾ ਤਾਂ ਸੀ ਜੇ ਪੰਜੇ ਵਸ ਵਿੱਚ ਹੋ ਜਾਂਦੇ, ਤ੍ਰਿਸ਼ਨਾ ਮਰ ਜਾਂਦੀ, ਵਿਕਾਰ ਖਤਮ ਹੁੰਦੇ ਲਿਵ ਲੱਗਦੀ। ਐਸਾ ਜੇ ਨਹੀਂ ਹੋਇਆ ਤੇ ਜਿੱਦਾਂ ਬਾਕੀ ਸੰਸਾਰ ਦੇ ਕੰਮ ਨੇ ਇਹ ਵੀ ਇੱਕ ਕੰਮ ਹੀ ਹੋ ਗਿਆ। ਕਹਿੰਦੇ ਹਉਮੈ ਵਿੱਚ ਸਭ ਪੜ੍ਹ ਥਕੇ, ਦੂਜੈ ਪਾਏ ਖੁਆਰ। ਜਿਹੜੇ ਪੜ੍ਹ ਕੇ ਹਉਮੈ ਕਰਦੇ ਨੇ ਨਾ ਤੇ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪੜ੍ਹ ਕੇ ਥੱਕਦੇ ਨੇ। ਉਹਨਾਂ ਦਾ ਪਿਆਰ ਧਾਰਮਿਕ ਗ੍ਰੰਥ ਪੜ੍ਹਨ ਵਿੱਚ ਨਹੀਂ ਹੈ, ਉਹਨਾਂ ਦਾ ਜਿਹੜਾ ਪਿਆਰ ਹੈ ਧਾਰਮਿਕ ਗ੍ਰੰਥ ਪੜ੍ਹ ਕੇ ਤੇ ਇਹਦੇ ਤੋਂ ਜੋ ਮਾਇਆ ਕਮਾਉਣੀ ਹੈ ਉਹਦੇ ਵਿੱਚ ਦੂਜਾ ਪਾਏ, ਉਹਦੇ 'ਚ ਉਹਦਾ ਪਿਆਰ ਹੈ। ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਖੁਆਰ ਹੀ ਹੁੰਦੇ ਨੇ, ਉਹਨਾਂ ਦੇ ਮਨਾਂ ਦਾ ਟਿਕਾ ਨਹੀਂ ਬਣ ਸਕਦਾ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਉਹੀ ਪੜ੍ਹਿਆ ਲਿਖਿਆ ਪੰਡਿਤ ਹੈ, ਸਿਆਣਾ ਹੈ, ਬੀਨਾ ਸਿਆਣਾ ਸਮਝਦਾਰ, ਉਹੀ ਪੜ੍ਹਿਆ ਲਿਖਿਆ ਸਿਆਣਾ ਸਮਝਦਾਰ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਪੈਂਦਾ। ਗੁਰਬਾਣੀ ਦੀ ਵਿਚਾਰ ਕਰਨ ਵਾਲੇ ਨੂੰ ਮਹਾਰਾਜ ਨੇ ਸਿਆਣਾ ਆਖਿਆ, ਕਿਉਂਕਿ ਜੇ ਆਪਾਂ ਗੁਰਬਾਣੀ ਦੀ ਵਿਚਾਰ ਕਰਨ ਲੱਗ ਜਾਈਏ ਤਾਂ ਫਿਰ ਗੁਰਬਾਣੀ ਜਿਹੜੀ ਹੈ ਸੋ ਉਹ ਸਾਨੂੰ ਇੱਕ ਪੁਆਇੰਟ 'ਤੇ ਆਣ ਕੇ ਸਾਨੂੰ ਸਾਵਧਾਨ ਕਰਦੀ ਹੈ। ਖਾਸ ਤੌਰ 'ਤੇ ਜਿਹੜੇ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੀ ਇਹ ਭਾਰੀ ਤਾਂ ਨਹੀਂ। ਔਰ ਗੁਰਬਾਣੀ ਜਾਣਕਾਰੀ ਦੇ ਦਿੰਦੀ ਹੈ, ਗੁਰਬਾਣੀ ਜਾਣਕਾਰੀ ਦਿੰਦੀ ਵੀ ਇਹ ਵਿਕਾਰ ਭਾਈ ਤੇਰੇ ਅੰਦਰ ਭਾਰੀ ਹੈ, ਤੂੰ ਪੜ੍ਹਦਾ, ਸੁਣਦਾ, ਵਿਚਾਰਦਾ, ਤੇਰੇ ਅੰਦਰ ਹਉਮੈ ਆ ਰਹੀ ਹੈ, ਤੇਰੇ ਅੰਦਰ ਤ੍ਰਿਸ਼ਨਾ ਹੈ, ਤੇਰੇ ਅੰਦਰ ਲੱਭ ਲੋਭ ਹੈ। ਗੁਰਬਾਣੀ ਜਾਣਕਾਰੀ ਦੇ ਦਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ। ਪਾਤਸ਼ਾਹ ਕਹਿੰਦੇ ਸੋ ਫਿਰ ਤੂੰ ਇਹਦਾ ਮਤਲਬ ਪੜ੍ਹਿਆ ਲਿਖਿਆ ਪੰਡਿਤ ਹੈ, ਤੂੰ ਸਿਆਣਾ ਹੈ। ਕਹਿੰਦੇ ਅੰਦਰ ਖੋਜੈ ਤਤ ਲਹੈ, ਪਾਏ ਮੁਖ ਦੁਆਰ। ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਅੰਤਰ ਆਤਮੇ ਨੂੰ ਖੋਜਦਾ ਹੈ, ਮਹਾਰਾਜ ਕਹਿੰਦੇ ਫਿਰ ਉਹੀ ਤੱਤ ਦੀ ਪ੍ਰਾਪਤੀ ਕਰਦਾ। ਜਿਸ ਨੂੰ ਤੱਤ ਪ੍ਰਾਪਤ ਹੁੰਦਾ ਉਹੀ ਮੁਕਤੀ ਦੇ ਦੁਆਰੇ 'ਤੇ ਜਾਂਦਾ। ਮੋਕਸ਼ ਦੁਆਰ ਤੱਤ ਕੀ ਹੈ? ਆਨੰਦ, ਨਾਮ, ਸਾਰ, ਇਹ ਤੱਤ ਅੰਦਰ ਖੋਜਾ ਤੱਤ ਲਹੈ, ਅੰਦਰੋਂ ਹੀ ਤੱਤ ਪ੍ਰਾਪਤ ਹੁੰਦਾ ਵੀ। ਕਹਿੰਦੇ ਗੁਣਦਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਜਿਹੜੇ ਗੁਰਬਾਣੀ ਦੀ ਵਿਚਾਰ ਸਹਿਜ ਅਵਸਥਾ ਵਿੱਚ ਕਰਦੇ ਨੇ, ਪਹਿਲੋਂ ਗੁਰਬਾਣੀ ਦੀ ਵਿਚਾਰ ਕੀਤੀ ਆਪਣੇ ਆਪ ਨੂੰ ਸਹਿਜ ਵਿੱਚ ਲਿਆਉਣ ਵਾਸਤੇ, ਵੀ ਮੇਰਾ ਮਨ ਸਹਿਜ ਵਿੱਚ ਹੈ, ਪਤਾ ਲੱਗ ਹੀ ਜਾਂਦਾ ਆਪਣੇ ਮਨ ਦਾ ਵੀ ਸਹਿਜ ਵਿੱਚ ਹੈ ਤੇ ਜਾਂ ਭਟਕਦਾ ਫਿਰਦਾ। ਜਿਹੜਾ ਮਨ ਭਟਕਦਾ ਫਿਰਦਾ ਕਿੱਥੋਂ ਸਹਿਜ ਵਿੱਚ ਹੋ ਜਾਣਾ? ਹੁਣ ਜਿਹੜਾ ਭਟਕਦਾ ਹੋਇਆ ਮਨ ਹੈ ਉਹ ਕਿਵੇਂ ਗੁਣਾਂ ਦਾ ਨਿਧਾਨ, ਨਾਮ, ਖਜ਼ਾਨਾ ਪ੍ਰਾਪਤ ਕਰ ਸਕਦਾ? ਪ੍ਰਾਪਤ ਹੀ ਨਹੀਂ ਕਰ ਸਕਦਾ। ਭਟਕਦਾ ਹੋਇਆ ਮਨ ਨਾਮ ਦਾ ਖਜ਼ਾਨਾ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਗੁਰਮੁਖ ਪਿਆਰੇ ਪਹਿਲੋਂ ਆਪਣੇ ਮਨ ਨੂੰ ਸਹਿਜ ਵਿੱਚ ਲੈ ਕੇ ਆਉਂਦੇ ਨੇ, ਮਨ ਦਾ ਟਿਕਾਅ ਬਣਾਉਂਦੇ ਨੇ। ਮਹਾਰਾਜ ਕਹਿੰਦੇ ਜਦੋਂ ਮਨ ਦਾ ਟਿਕਾਅ ਬਣ ਜਾਂਦਾ ਹੈ ਨਾ, ਫਿਰ ਗੁਣਾਂ ਦਾ ਜਿਹੜਾ ਖਜ਼ਾਨਾ ਨਾਮ, ਹਰ ਪਾਇਆ, ਹਰ ਕੀ ਆ ਨਾਮ, ਉਹ ਪ੍ਰਾਪਤ ਕੀਤਾ ਜਾਂਦਾ ਹੈ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਉਹ ਵਪਾਰੀ, ਹਰ ਕੇ ਨਾਮ ਕੇ ਵਪਾਰੀ, ਉਹ ਧੰਨ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਦੁਆਰਾ ਨਾਮ ਨੂੰ ਆਪਣਾ ਆਧਾਰ ਬਣਾ ਲਿਆ। ਜਿਹੜੇ ਕਹਿੰਦੇ ਨੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਗੁਰਬਾਣੀ ਨੂੰ ਹੀ ਆਪਣਾ ਦੁੱਖ ਸੁੱਖ ਦੱਸਦੇ ਨੇ,
ਤੇ ਗੁਰਬਾਣੀ ਤੋਂ ਹੀ ਜੋ ਮੰਗਣਾ, ਜੋ ਵੀ ਦਾਤ ਮੰਗਣੀ ਗੁਰਬਾਣੀ ਤੋਂ ਹੀ ਮੰਗਦੇ ਨੇ। ਮੰਨ ਲਓ ਬਾਣੀ ਨੂੰ ਹੀ ਜਿਨ੍ਹਾਂ ਨੇ ਆਪਣੇ ਆਧਾਰ ਬਣਾ ਲਿਆ, ਪਾਤਸ਼ਾਹ ਕਹਿੰਦੇ ਉਹ ਧਨ ਨੇ, ਧਨ ਵਪਾਰੀ ਨੇ। ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋ ਲਿਵ ਲਾਇ। ਸਿੱਝੀ ਹੁੰਦਾ ਸਫਲ ਹੋ ਜਾਣਾ, ਜਨਮ ਸਫਲ ਹੋ ਗਿਆ। ਸੰਸਾਰ ਦੇ ਵਿੱਚ ਆਇਆ ਉਹਨਾਂ ਦਾ ਹੀ ਸਫਲ ਹੈ ਸਿੱਝੀ। ਜਿਹੜੇ ਮਨ ਨੂੰ ਮਾਰਦੇ ਨੇ, ਜਿਨ੍ਹਾਂ ਕੋਲੋਂ ਆਪਣਾ ਮਨ ਹੀ ਨਹੀਂ ਮਰਿਆ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਆਇਆ ਉਹ ਅਸਫਲ ਹੈ। ਵੇਖੋ ਕੌਣ ਲਿਵ ਲਾਇ। ਜੇ ਮਨ ਹੀ ਨਹੀਂ ਮਾਰਿਆ ਤੇ ਲਿਵ ਕਿੱਦਾਂ ਲੱਗੂ? ਵੇਖੋ ਕੋ ਲਿਵ ਲਾਇ, ਕਿਵੇਂ, ਕੌਣ ਹੈ ਜਿਹੜਾ ਲਿਵ ਲਾਊਗਾ? ਲਿਵ ਤਦ ਲੱਗਦੀ ਹੈ ਜਦੋਂ ਮਨ ਦੀ ਦੌੜ ਭੱਜ ਸਾਰੀ ਖਤਮ ਹੋ ਜਾਂਦੀ ਹੈ। ਜਦੋਂ ਮਨ ਦਾ ਟਿਕਾਅ ਬਣ ਜਾਂਦਾ, ਮਨ ਟਿਕਾਣੇ ਵਿੱਚ ਆ ਜਾਂਦਾ, ਉਦੋਂ ਲਿਵ ਲੱਗਣੀ ਸ਼ੁਰੂ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੌਣ ਹੈ ਜਿਹੜਾ ਮਨ ਨੂੰ ਮਾਰੇ ਤੋਂ ਬਿਨਾਂ ਲਿਵ ਲਾ ਲਓ। ਭੇਖ ਧਾਰੀ ਤੀਰਥੀ ਭਵ ਥਕੇ, ਨਾਇ ਮਨ ਮਾਰਿਆ ਜਾਏ। ਮਨ ਵੀ ਸ਼ਬਦ ਦੀ ਵਿਚਾਰ ਦੇ ਨਾਲ ਹੀ ਮਰਨਾ। ਜਿਹੜੇ ਭੇਖ ਧਾਰੀ ਹੈ ਨਾ, ਕਹਿੰਦੇ ਖਰਾ ਤੀਰਥਾਂ ਦੇ ਉੱਤੇ ਭ੍ਰਮਣ ਕਰਨ ਦੇ ਨਾਲ ਮਨ ਮਰ ਜਾਵੇਗਾ, ਨਹੀਂ ਮਰਦਾ। ਜਿਉਂ-ਜਿਉਂ ਤੀਰਥਾਂ ਦਾ ਭ੍ਰਮਣ ਕਰੇਗਾ, ਤੀਰਥ ਜਾਓ ਤਾਂ ਹਉ ਕਰਤੇ, ਜਿਵੇਂ ਜਿਵੇਂ ਤੀਰਥਾਂ ਦਾ ਭ੍ਰਮਣ ਕਰੇਗਾ ਤਿਵੇਂ ਤਿਵੇਂ ਮਨ ਵਿੱਚ ਹਉਮੈ ਦੀ ਮੈਲ ਉਹ ਵੱਧਦੀ ਜਾਵੇਗੀ। ਤੀਰਥਾਂ 'ਤੇ ਭਟਕਣ ਦੇ ਨਾਲ ਸੱਚੇ ਪਾਤਸ਼ਾਹ ਇਹ ਕਹਿੰਦੇ ਕਦੀ ਮਨ ਨਹੀਂ ਮਾਰ ਜਾਂਦਾ। ਮਨ ਮਰੈ, ਇਹ ਮਨ ਮਰੈ ਦਾਰੂ ਜਾਣੈ ਕੋਈ। ਕਿੱਦਾਂ ਮਰਦਾ ਹੈ? ਕਹਿੰਦੇ ਦਾਰੂ ਕੋਈ ਜਾਣਦਾ ਹੈ। ਸੋ ਮਨ ਮਰਦਾ ਜਦੋਂ, ਸੋ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਮਨ ਨੂੰ ਪਾ ਲਈਦਾ, ਮਨ ਫੇਰ ਮਰਦਾ, ਉਂਝ ਨਹੀਂ ਮਰਦਾ। ਮਨ ਵਿਚਾਰ ਕਰਨ ਲੱਗ ਪਵੇ ਬਾਣੀ ਦੀ, ਜਦੋਂ ਮਨ ਸ਼ਬਦ ਦੀ ਵਿਚਾਰ ਕਰਨ ਲੱਗ ਪੈਂਦਾ ਫੇਰ ਨਹੀਂ ਮਰ ਜਾਂਦਾ ਹੈ। ਕਿਉਂ? ਇਹਨੂੰ ਆਪਣੇ ਆਪ ਦਾ ਗਿਆਨ ਹੋ ਜਾਂਦਾ। ਗੁਰਬਾਣੀ ਇਹਨੂੰ ਸੋਝੀ ਕਰਾਉਂਦੀ, ਗੁਰਬਾਣੀ ਨੂੰ ਸ਼ੀਸ਼ਾ ਦਿਖਾ ਦਿੰਦੇ ਵੀ ਤੂੰ ਆ ਤੂੰ ਸਮਝਦਾ ਪਤਾ ਨਹੀਂ ਕੀ ਆਪਣੇ ਆਪ ਨੂੰ। ਮੇਰੇ ਵਰਗਾ ਕੋਈ ਵੱਡਾ ਨਹੀਂ, ਕੋਈ ਉੱਚਾ ਨਹੀਂ, ਕੋਈ ਗਿਆਨੀ ਨਹੀਂ, ਕੋਈ ਵਿਦਵਾਨ ਨਹੀਂ, ਮੇਰੇ ਵਰਗਾ ਗੁਰਸਿੱਖ ਨਹੀਂ ਕੋਈ ਜੀ, ਮੇਰੇ ਵਰਗਾ ਕੋਈ ਸਿੱਖ ਨਹੀਂ। ਪੰਡਿਤ ਕਹਿੰਦਾ ਮੇਰੇ ਵਰਗਾ ਕੋਈ ਪੰਡਿਤ ਨਹੀਂ। ਮੁਸਲਮਾਨ ਕਹਿੰਦਾ ਮੈਂ ਸਭ ਤੋਂ ਵੱਡਾ ਮੁਸਲਮਾਨ। ਔਰੰਗਜ਼ੇਬ ਇਹੀ ਕਹਿੰਦਾ ਸੀ ਨਾ, ਸਭ ਤੋਂ ਵੱਡਾ ਮੁਸਲਮਾਨ। ਸਿੱਖ ਕਹਿੰਦਾ ਮੇਰੇ ਵਰਗਾ ਸਿੱਖ ਹੀ ਕੋਈ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਗੁਰਬਾਣੀ ਦੀ ਵਿਚਾਰ ਵਿੱਚ ਮਨ ਨੂੰ ਪਾਓ ਨਾ, ਤੂੰ ਜੋ ਵੀ ਸਮਝਦਾ ਤੂੰ ਆਪਣੇ ਆਪ ਨੂੰ ਸਿੱਖ ਸਮਝਦਾ, ਸੇਵਾਦਾਰ, ਗਿਆਨੀ, ਗੁਰਮੁਖ, ਸੰਤ, ਭਗਤ ਕੀ ਸਮਝਦਾ? ਮਹਾਰਾਜ ਕਹਿੰਦੇ ਬਾਣੀ ਨੇ ਤੈਨੂੰ ਸ਼ੀਸ਼ਾ ਦਿਖਾ ਦੇਣਾ ਵੀ ਤੂੰ ਆ ਤੇਰੀ ਅਸਲੀਅਤ ਜਿਹੜੀ ਆ ਗੁਰਬਾਣੀ ਦੇ ਵਿੱਚ, ਗੁਰਬਾਣੀ ਦੁਆਰਾ ਦੇਖਣੀ ਆ, ਉਂਝ ਨਹੀਂ ਦੇਖੀ ਜਾਣੀ। ਇਸੇ ਕਰਕੇ ਮਨ ਬਾਣੀ ਦੀ ਵਿਚਾਰ ਨਹੀਂ ਕਰਦਾ। ਸਭ ਤੋਂ ਪਹਿਲਾਂ ਗੁਰਬਾਣੀ ਜਿਹੜੀ ਹੈ ਮਨ ਨੂੰ ਉਹਦੀ ਸੋਝੀ ਕਰਾਉਂਦੀ ਵੀ ਤੂੰ ਸਮਝਦਾ ਕੀ ਹੈ, ਤੂੰ ਹੈ ਕੀ ਹੈ। ਜੇ ਤਾਂ ਗੁਰਬਾਣੀ ਦੀ ਗੱਲ ਇਹ ਮੰਨ ਲਵੇ, ਉਸ ਤੋਂ ਬਾਅਦ ਫਿਰ ਮਨ ਦਾ ਟਿਕਾਅ ਬਣਨਾ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਮਨ ਦਾ ਟਿਕਾਅ ਬਣਦਾ। ਜੇ ਨਹੀਂ ਮੰਨਦਾ ਨਾ ਗੁਰਬਾਣੀ ਦੀ ਇਹ ਗੱਲ, ਉਹ ਜਾਂ ਉਸ ਪੰਕਤੀ ਨੂੰ ਹੀ ਛੱਡ ਜਾਂਦਾ, ਵਿਚਾਰਦਾ ਹੀ ਨਹੀਂ ਹੈ, ਫਿਰ ਮਨ ਵਿੱਚ ਹੋਰ ਹਉਮੈ ਆਉਂਦੀ ਰਹਿੰਦੀ ਹੈ। ਇਸ ਕਰਕੇ ਪਾਤਸ਼ਾਹ ਦੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਹਿਜ ਵਿੱਚ ਲੈ ਕੇ ਆਉਂਦੇ ਨੇ। ਕਹਿੰਦੇ ਜਦੋਂ ਸਹਿਜ ਵਿੱਚ ਮਨ ਆ ਗਿਆ ਅਤੇ ਫਿਰ ਤੀਰਥਾਂ 'ਤੇ ਜਾਣ ਦਾ ਫਾਇਦਾ। ਜੇ ਤੀਰਥਾਂ 'ਤੇ ਗਏ ਤਾਂ ਉੱਥੇ ਵੀ ਮਨ ਨੂੰ ਸਹਿਜ ਵਿੱਚ ਲੈ ਕੇ ਆਵੇ ਨਾ। ਹੁਣ ਜਿਹੜੇ ਸਾਧ ਸੰਗਤ ਤੀਰਥ ਸਥਾਨ ਨੇ, ਜਿੱਥੇ ਗੁਰੂ ਸਾਹਿਬਾਨਾਂ ਦੇ ਚਰਨ ਪੈ ਗਏ, ਤੀਰਥ ਸਥਾਨ ਨੇ। ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ। ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਸਭ ਤੋਂ ਵੱਡਾ ਤੀਰਥ ਸਥਾਨ ਹੈ। ਜਿਹੜਾ ਵੀ ਪੰਜਾਬ ਜੋ ਵੀ ਜਾਂਦਾ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਂਦਾ। ਸੋ ਹੁਣ ਤਾਂ ਹਰ ਇੱਕ ਵਰਗ ਦਾ ਉੱਥੇ ਜਾਂਦਾ, ਹਰ ਇੱਕ ਵਰਗ ਦਾ, ਹਰ ਇੱਕ ਜਾਤੀ ਦਾ, ਵੀ ਸਭ ਤੋਂ ਵੱਡਾ ਤੀਰਥ ਸਥਾਨ ਹੈ। ਸੋਝੀ ਆ ਗਈ ਨਾ। ਸੋ ਜੇ ਤਾਂ ਇਹੋ ਜਿਹੇ ਏਡੇ ਵੱਡੇ ਤੀਰਥ ਸਥਾਨ 'ਤੇ ਜਾ ਕੇ
ਇਹ ਸੰਕਲਪ ਵੀ ਕਰ ਲਵੇ ਨਾ ਥੋੜ੍ਹਾ ਜਿਹਾ ਵੀ ਸਹਿਜ ਆ ਜਾਵੇ, ਮਨ ਦਾ ਟਿਕਾ ਬਣ ਜਾਵੇ, ਸਹਿਜ ਆਉਂਦਾ, ਟਿਕਾ ਬਣਦਾ। ਜੇ ਸੰਕਲਪ ਨਹੀਂ ਕੀਤਾ, ਮਨ ਨੇ ਪੁੱਠੇ ਪਾਸੇ ਹੋ ਜਾਣਾ, ਮਨ ਵਿੱਚ ਹਉਮੈ ਆ ਜਾਣੀ। ਮੈਂ ਜਾ ਕੇ ਆਇਆ, ਮਨ ਦੀ ਭਟਕਣਾ ਹੋਰ ਵੱਧ ਜਾਂਦੀ ਹੈ ਤੀਰਥਾਂ 'ਤੇ ਜਾ ਕੇ। ਜੇ ਤੀਰਥਾਂ 'ਤੇ ਜਾ ਕੇ ਸੰਕਲਪ ਕਰੇ ਕਿ ਮਨ ਸਹਿਜ ਵਿੱਚ ਆਵੇ, ਅਤੇ ਮਨ ਸੰਕਲਪ ਦੇ ਨਾਲ ਸਹਿਜ ਵਿੱਚ ਆਉਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਹੀ ਇਹ ਸਹਿਜ ਵਿੱਚ ਆਇਆ, ਸੋਝੀ ਆਈ, ਇਹਨੇ ਆਪਣੇ ਆਪ ਨੂੰ ਖੁਦ ਹੀ ਮਾਰ ਲਿਆ, ਆਪਣੇ ਆਪ ਨੂੰ ਖ਼ਤਮ ਕਰ ਲਿਆ। ਸ਼ਬਦ ਨੇ ਸੋਝੀ ਦਿੱਤੀ ਨਾ, ਖ਼ਤਮ ਮਤਲਬ ਵੀ ਜੋ ਮੈਂ ਕਰਦਾ ਸਹੀ ਨਹੀਂ ਹੈ, ਇਹਨੂੰ ਕਹਿੰਦੇ ਖ਼ਤਮ ਕਰ ਲੈਣਾ। ਜੋ ਮੈਂ ਕਰਦਾ ਸਹੀ ਹੈ ਹੀ ਨਹੀਂ ਹੈ, ਜੋ ਗੁਰੂ ਕਰਦਾ ਉਹ ਸਹੀ ਹੈ, ਉਹ ਸਹੀ। ਇਸ ਕਰਕੇ ਫਿਰ ਇਹ ਗੁਰੂ ਦੀ ਗੱਲ ਮੰਨਣ ਲੱਗਦਾ। ਪਾਤਸ਼ਾਹ ਕਹਿੰਦੇ, ਗੁਰਮੁਖੇ ਮਨ ਜੀਵਤ ਮਰੈ, ਸੱਚ ਰਹੇ ਲਿਵ ਲਾਇ। ਗੁਰੂ ਦੇ ਦੁਆਰਾ ਇਹ ਮਨ ਜੀਵਤ ਭਾਵ ਤੋਂ ਮਰ ਜਾਂਦਾ, ਭਾਵ ਲੋੜਾਂ ਖਤਮ, ਖਾਹਿਸ਼ਾਂ ਖਤਮ। ਫਿਰ ਸੱਚ ਰਹੇ ਲਿਵ ਲਾਇ, ਫਿਰ ਸੱਚੇ ਦੇ ਨਾਲ ਇਹਦੀ ਲਿਵ ਜੁੜਦੀ ਹੈ, ਉਂਝ ਨਹੀਂ ਜੁੜ ਸਕਦੀ। ਪਾਤਸ਼ਾਹ ਕਹਿੰਦੇ, ਸੱਚ ਰਹਿ ਲਿਵ ਲਾਇ, ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ। ਮਨ ਨੂੰ ਲੱਗੀ ਹੋਈ ਜਨਮਾਂ ਜਨਮਾਤਰਾਂ ਦੀ ਮੈਲ ਕਹਿੰਦੇ ਇੰਝ ਉਤਰਦੀ ਹੈ। ਜਦੋਂ ਮੈਲ ਨਾ ਉਤਰੇ ਨਾ, ਉਸ ਵੇਲੇ ਕਰਦਾ ਕੋਈ ਧਾਤ ਹੈ ਤਾਂ ਉਹਨੂੰ ਅੱਗ 'ਚ ਪਾ ਦੇਈਦਾ, ਜਿੱਦਾਂ ਲੋਹੇ ਨੂੰ, ਸੋਨੇ ਨੂੰ। ਸੋ ਲੋਹਾ ਤਾਂ ਐਂ ਢਲ ਜਾਂਦਾ ਨਾ, ਫਿਰ ਸੋਨਾ ਵੀ ਢਲੇ ਜਾਂਦਾ। ਸੋਨੇ ਵਿੱਚੋਂ ਮੈਲ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਅੱਗ 'ਚ ਪਾ ਦਈਏ। ਹੁਣ ਜਿੱਦਾਂ ਕੱਪੜਾ ਆ, ਕੱਪੜਾ ਬੜਾ ਮੈਲਾ ਹੋਇਆ, ਇਹਨੂੰ ਗਰਮ ਪਾਣੀ 'ਚ ਪਾਉਂਦੇ, ਮੈਲ ਯਕਦਮ ਉਗਲ ਕੇ ਬਾਹਰ ਆ ਜਾਂਦੀ ਹੈ। ਇਹ ਮਨ ਜਿਹੜਾ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਇਸ ਮਨ ਨੂੰ ਲੱਗੀ ਹੋਈ ਮੈਲ ਜਿਹੜੀ ਆ ਉਹ ਆਪਣੇ ਆਪ ਬਾਹਰ ਆ ਜਾਂਦੀ ਜਦੋਂ ਹਉਮੈ ਜਿਹੜੀ ਇਹਨਾਂ ਨੂੰ ਸ਼ਬਦ ਦੇ ਨਾਲ ਸਾੜ ਦੇਵੇ, ਸ਼ਬਦ ਦਾ ਇਹਨੂੰ ਤਾ ਦੇਵੇ। ਹੁਣ ਸ਼ਬਦ ਦਾ ਸਾੜਨ ਦੀ ਗੱਲ ਹੁੰਦੀ, ਬਾਰ-ਬਾਰ ਸ਼ਬਦ ਦਾ ਜਾਪ ਕਰੇ, ਤਤਿਸ਼ਠਾ, ਮਨ ਨੂੰ ਵਿਹਲਾ ਨਾ ਰਹਿਣ ਦੇਵੇ, ਫਿਰ ਲੱਗੀ ਹੋਈ ਮੈਲ ਨਿਕਲ ਜਾਂਦੀ ਹੈ। ਪੌੜੀ, ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵ ਇੱਕ ਕਿਨ ਕਾ। ਹੇ ਸੰਤ ਜਨੋ, ਹਰ ਸੰਤ ਜਿਹੜੇ ਨਾਮ ਜਪਣੇ ਵਾਲੇ ਸੰਤ ਨੇ, ਹਰੀ ਦੇ ਸੰਤ ਨੇ ਜਿਹੜੇ, ਸੋ ਉਹ ਮੈਨੂੰ ਮਿਲਣ। ਮਿਲੋ ਮੇਰੇ ਭਾਈ, ਮੇਰੇ ਭਰਾਵੋ, ਕਿਰਪਾ ਕਰੋ। ਫਿਰ ਉਹਨਾਂ ਨੂੰ ਕਹਿੰਦਾ, ਜਦੋਂ ਸੰਤ ਮਿਲਦੇ ਨਾ ਹਰੀ ਦੇ, ਉਹਨਾਂ ਨੂੰ ਕਹਿੰਦਾ, ਮੇਰੇ ਭਰਾਵੋ ਕਿਰਪਾ ਕਰੋ, ਮੇਰੇ 'ਤੇ ਵੀ ਕਿਰਪਾ ਕਰ ਦਿਓ। ਤੁਸੀਂ ਤਾਂ ਨਾਮ ਜਪਦੇ, ਆਨੰਦ ਕਰਦੇ, ਮੈਨੂੰ ਕਿਣਕਾ ਮਾਤਰ ਹੀ ਨਾਮ ਦ੍ਰਿੜ ਕਰਾ ਦਿਓ। ਹਰ ਹਰ ਸੰਤ ਮਿਲੋ ਮੇਰੇ ਭਾਈ, ਮੇਰੇ ਭਰਾਵੋ, ਕਿਰਪਾ ਕਰਕੇ ਮੈਨੂੰ ਆਪਣਾ ਜਾਣ ਕੇ ਮੈਨੂੰ ਕਿਣਕਾ ਨਾਮ ਦ੍ਰਿੜ ਕਰਾ ਦਿਓ। ਹਰ ਹਰ ਸ਼ਿੰਗਾਰ ਬਣਾਵੋ, ਹਰ ਜਨ ਹਰ ਕਾਪੜ ਪਹਿਰੋ ਖਿਮਕਾ। ਉਹ ਕਹਿੰਦਾ, ਹਰ ਜਨ ਕੀ ਕਹਿੰਦਾ? ਕਹਿੰਦਾ ਭਾਈ ਨਾਮ ਨੂੰ ਸ਼ਿੰਗਾਰ ਬਣਾ ਲਾ ਅਤੇ ਖਿਮਾ ਦਾ ਕੱਪੜਾ ਪਾ ਲਾ, ਖਿਮਾ ਦਾ। ਫਿਰ ਨਾਮ ਨੂੰ ਸ਼ਿੰਗਾਰ ਬਣਾਉਣਾ। ਉਹ ਕਹਿੰਦਾ ਨਾ ਨਾਮ ਦ੍ਰਿੜ ਕਰਾ ਦਿਓ। ਕਹਿੰਦੇ ਨਾਮ ਨੂੰ ਸ਼ਿੰਗਾਰ ਬਣਾਉਣਾ। ਸ਼ਿੰਗਾਰ ਤੋਂ ਭਾਵ ਬੋਲਣਾ ਵੀ ਨਾਮ, ਦੇਖਣਾ ਵੀ ਨਾਮ, ਸੁਣਨਾ ਵੀ ਨਾਮ। ਮਤਲਬ ਬਾਣੀ ਹੀ ਬੋਲਣੀ ਹੈ, ਬਾਣੀ ਹੀ ਪੜ੍ਹਨੀ ਹੈ, ਬਾਣੀ ਹੀ ਸੁਣਨੀ ਹੈ। ਸ਼ਿੰਗਾਰ ਬਣਾ ਲਾ ਇਸ ਨੂੰ, ਅਤੇ ਖਿਮਾ ਦਾ ਕੱਪੜਾ ਧਾਰਨ ਕਰ ਲਾ, ਨਿਮਰਤਾ, ਖਿਮਾ ਦੂਸਰੇ ਨੂੰ ਮੁਆਫ ਕਰਨਾ। ਜੇ ਕੋਈ ਗਲਤੀ ਹੋ ਗਈ ਕਿਸੇ ਪਾਸੋਂ, ਵਗਿਆ ਹੋਈ ਹੋ ਗਈ ਆ, ਆਖਿਰਕਾਰ ਸੋ ਇਹ ਮਨੁੱਖ ਜਦੋਂ ਸੰਸਾਰ ਵਿੱਚ ਵਿਚਰਦਾ, ਬੜੇ ਨੇ ਇਹਦੇ ਨਾਲ ਬਦਤਮੀਜੀ ਕਰਨੇ ਵਾਲੇ, ਬੜੇ ਨੇ। ਅਤੇ ਸਾਰੇ ਥੋੜ੍ਹੇ ਤੋਂ ਮਾਫੀ ਮੰਗਦੇ, ਕੋਈ ਉਹ ਜਿਹੜਾ ਮਾਫੀ ਮੰਗੂਗਾ। ਨਾਲੇ ਮਾਫੀ ਤਾਂ ਤਾਕਤਵਰ ਤੋਂ ਮੰਗੀ ਜਾਂਦੀ, ਮਾੜੇ ਤੋਂ, ਕਮਜ਼ੋਰ ਤੋਂ ਕੌਣ ਮਾਫੀ ਮੰਗਦਾ? ਕਹਿੰਦੇ ਹੈ ਹੀ ਜਲੀਲ ਹੋਣ ਵਾਸਤੇ ਪੈਦਾ ਹੋਇਆ, ਇਹਨੂੰ ਰੱਜ ਕੇ ਜਲੀਲ ਕਰੋ। ਸੋ ਕੋਈ ਮਾਫੀ ਮੰਗੇ ਚਾਹੇ ਨਾ ਮੰਗੇ, ਜਿਹੜਾ ਹਰੀ ਦਾ ਸੰਤ ਹੁੰਦਾ ਆਪਣੇ ਅੰਦਰ ਉਸ ਨੂੰ ਖਿਮਾ ਕਰ ਦਿੰਦਾ। ਕਿਉਂਕਿ ਜੇ ਖਿਮਾ ਨਾ ਕੀਤਾ ਤਾਂ ਲਿਵ ਨਹੀਂ ਲੱਗਣੀ।
ਜੇ ਖਿਮਾ ਨਾ ਕੀਤਾ ਮਨ ਦਾ ਟਿਕਾ ਨਹੀਂ ਬਣਨਾ। ਇਸ ਕਰਕੇ ਮਨ ਦਾ ਟਿਕਾ ਸਭ ਤੋਂ ਜ਼ਰੂਰੀ ਹੈ। ਕਿਸੇ ਦਾ ਬੋਲ ਕਬੂਲ ਬੋਲਿਆ ਮੈਂ ਨਾ ਨਹੀਂ ਰੱਖਦਾ, ਮਨ ਦਾ ਟਿਕਾ ਸਭ ਤੋਂ ਜ਼ਰੂਰੀ ਹੈ। ਇਸ ਕਰਕੇ ਉਹ ਆਪਣੇ ਅੰਦਰੋਂ ਹੀ ਖਿਮਾ ਕਰ ਦਿੰਦਾ। ਭਲਾ ਆਪਣੇ ਆਪ ਨੂੰ ਖਿਮਾ ਦਾ ਕੱਪੜਾ ਪਹਿਨਾ ਲੈਂਦਾ। ਸਰੀਰ, ਇਸ ਸਰੀਰ ਨੂੰ ਕੱਪੜਾ ਆਖਿਆ, ਇਹਨੂੰ ਖਿਮਾ ਦਾ ਬਣਾ ਲੈਂਦਾ। ਸਰੀਰ ਨੂੰ ਖਿਮਾ ਦਾ ਬਣਾ ਲੈਂਦਾ। ਮਾਰੇ ਕਾਪੜ ਪਹਿਰੋ ਖਿਮਕਾ, ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮ ਕਾ। ਇੱਦਾਂ ਦਾ ਸ਼ਿੰਗਾਰ ਕਰ ਲਾ, ਦੇਹੀ ਨੂੰ ਖਿਮਾ ਦਾ ਕੱਪੜਾ ਬਣਾ ਲਾ, ਨਾਮ ਨੂੰ ਅੱਖਾਂ ਦਾ, ਮੁੱਖ ਦਾ, ਕੰਨਾਂ ਦਾ ਗਹਿਣਾ ਬਣਾ ਲਾ। ਇੱਦਾਂ ਦਾ ਸ਼ਿੰਗਾਰ ਮੇਰੇ ਰੱਬ ਨੂੰ ਚੰਗਾ ਲੱਗਦਾ ਹੈ। ਅਤੇ ਭਾਈ ਫਿਰ ਜਿਸ ਨੇ ਇੱਦਾਂ ਦਾ ਸ਼ਿੰਗਾਰ ਕੀਤਾ ਹੁੰਦਾ, ਰੱਬ ਫਿਰ ਉਹਦੇ ਨਾਲ ਪ੍ਰੇਮ ਕਰਦਾ। ਭਾਵ ਉਸ ਦੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਸੱਚਾ ਪ੍ਰੇਮ ਪੈਦਾ ਹੁੰਦਾ ਅਤੇ ਉਸ ਨੂੰ ਪ੍ਰੇਮ ਹੀ ਚੰਗਾ ਲੱਗਦਾ। ਉਹ ਪ੍ਰੇਮ ਵਾਲਾ ਫਿਰ ਉਹਨੂੰ ਪਾ ਲੈਂਦਾ ਜੀ। ਜਿਸ ਕੋਲ ਪ੍ਰੇਮ ਹੈ ਉਹਨੂੰ ਕੋਈ ਮਰਜ਼ਾਦਾ ਦੀ ਲੋੜ ਹੀ ਨਹੀਂ ਰਹਿ ਜਾਂਦੀ ਜੀ। ਕਿਉਂ? ਕਿਉਂਕਿ ਉਹਦੇ ਕੋਲ ਸਭ ਤੋਂ ਵੱਡੀ ਮਰਜ਼ਾਦਾ ਪ੍ਰੇਮ ਆ ਗਿਆ। ਉਹਦੇ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਜੀ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲ ਕਾ। ਕਿਲ ਵਿਖ ਪਾਪਾਂ ਨੂੰ ਕਿਹਾ ਜਾਂਦਾ, ਜਿਤਨੇ ਕਿਲ ਵਿਖ ਨੇ ਸਾਰੇ, ਸੋ ਇੱਕ ਪਲ ਦੇ ਵਿੱਚ ਤੇਰੇ ਕੱਟੇ ਜਾਣਗੇ। ਪਰ ਉਹ ਪਲ ਕਿਹੜਾ ਸਾਨੂੰ ਪਤਾ ਨਹੀਂ, ਕਿਲ ਕਿਹੜਾ ਪਲ ਹੈ, ਉਹ ਕਿਹੜਾ ਪਲ ਹੈ, ਉਹ ਕਿਹੜੀ ਘੜੀ ਹੈ, ਉਹ ਕਿਹੜਾ ਸਮਾਂ ਹੈ ਜਦੋਂ ਪਰਮਾਤਮਾ ਪਰਮੇਸ਼ਰ ਸਾਡੇ ਸਾਰੇ ਪਾਪ ਕੱਟ ਦੇਵੇਗਾ, ਖਤਮ ਕਰ ਦੇਵੇਗਾ, ਸਾਨੂੰ ਪਤਾ ਨਹੀਂ ਹੈ। ਸੋ ਇਸ ਕਰਕੇ ਭਾਈ ਦਿਨ ਰਾਤ ਨਾਮ ਜਪਣਾ ਸ਼ੁਰੂ ਕਰ ਦੇਣ। ਪਤਾ ਥੋੜ੍ਹੀ ਕਿਹੜਾ ਪਲ ਹੈ। ਜਿੱਦਾਂ ਹਨੂੰਮਾਨ ਨੂੰ ਕਹਿੰਦੇ ਸੰਜੀਵਨੀ ਬੂਟੀ ਨਾ ਲੱਭੇ, ਸਾਰਾ ਪਹਾੜੀ ਚੁੱਕ ਕੇ ਲਾਇਆ, ਹੁਣ ਹੈਗੀ ਤਾਂ ਮਿਥਿਆਸ ਹੀ ਕੱਟਣਾ। ਸੋ ਜੇ ਨਹੀਂ ਪਤਾ ਲੱਗਦਾ ਤਾਂ ਉਹ ਕਹਿੰਦਾ ਪਤਾ ਨਹੀਂ, ਕਹਿੰਦਾ ਕਿਹੜੀ ਸੰਜੀਵਨੀ ਬੂਟੀ ਪਹਾੜੀ ਚੱਕ ਲਿਆ ਉਸਨੇ। ਹੁਣ ਪਤਾ ਨਹੀਂ ਪਲ ਕਿਹੜਾ ਬਈ, ਉਹ ਪਲ ਦਿਨੇ ਆਉਂਦਾ, ਪਲ ਰਾਤ ਆਉਂਦਾ, ਪਤਾ ਥੋੜ੍ਹੀ ਹੈ। ਜ਼ਰੂਰੀ ਤਾਂ ਜਿਹੜੇ ਮੇਰੇ ਪਾਪ ਨੇ ਉਹ ਕੱਟੇ ਜਾਣ। ਇਸ ਕਰਕੇ ਲਗਾਤਾਰ ਦਿਨੇ ਵੀ ਉਹਨੂੰ ਧਿਆਉਣਾ, ਲਗਾਤਾਰ ਰਾਤ ਵੀ ਧਿਆਉਣਾ। 8 ਪਹਿਰ ਦਾ ਸਿਮਰਨ ਪਹਿਲੋਂ ਤਾਂ ਪਾਪ ਕੱਟਣ ਵਾਸਤੇ ਕਰਦਾ। ਜਦੋਂ ਪਾਪ ਕੱਟੇ ਜਾਂਦੇ ਸਿਮਰਨ 'ਚ ਆਨੰਦ ਬੜਾ ਆਉਂਦਾ ਉਹਨੂੰ ਧਿਆਉਣ ਦੇ ਵਿੱਚ। ਫਿਰ ਉੱਦਾਂ ਨਹੀਂ ਛੱਡਿਆ ਜਾਂਦਾ। ਹਜ਼ੂਰ ਕਹਿੰਦੇ ਫਿਰ ਇੱਕ ਪਲ ਵੀ ਨਹੀਂ ਛੱਡਦਾ ਉਸਨੂੰ, ਫਿਰ ਨਹੀਂ ਛੱਡਦਾ। ਹਰ ਹਰ ਦਇਆਲ ਹੋਵੈ ਜਿਸ ਉਪਰ, ਸੋ ਗੁਰਮੁਖ ਹਰ ਜਪ ਜਿਣਕਾ। ਜਿਸ ਦੇ ਉੱਤੇ ਸਤਿਗੁਰੂ ਜੀ ਦਿਆਲੂ ਹੋ ਜਾਂਦੇ ਨੇ। ਹੁਣ ਗੁਰੂ ਤਾਂ ਉਹਦੇ 'ਤੇ ਦਿਆਲੂ ਹੁੰਦਾ ਜਿਹੜਾ ਗੁਰੂ ਦੀ ਗੱਲ ਮੰਨਦਾ, ਗੁਰੂ ਦਾ ਕਹਿਣਾ ਮੰਨਦਾ, ਗੁਰੂ ਦੀ ਦੱਸੀ ਹੋਈ ਰਹਿਤ ਵਿੱਚ ਰਹਿੰਦਾ ਹੈ। ਗੁਰੂ ਤਾਂ ਉੱਤੇ ਦਿਆਲੂ ਹੁੰਦਾ ਭਾਈ। ਜਿਹੜਾ ਆਪਣਾ ਤਨ ਮਨ ਧਨ ਸਭ ਸੌਂਪ ਗੁਰੂ ਕੋ, ਗੁਰੂ ਉੱਤੇ ਦਿਆਲੂ ਹੁੰਦਾ। ਜਿਸ ਨੇ ਤਨੋਂ ਮਨੋਂ ਗੁਰਬਾਣੀ ਨੂੰ ਅਪਣਾ ਲਿਆ, ਜਿਸ ਨੇ ਗੁਰਬਾਣੀ ਨੂੰ ਆਪਣੀ ਖੁਰਾਕ ਬਣਾ ਲਿਆ, ਗੁਰਬਾਣੀ ਨੂੰ ਆਪਣਾ ਆਧਾਰ ਬਣਾ ਲਿਆ, ਗੁਰੂ ਉਹਦੇ 'ਤੇ ਦਿਆਲੂ ਹੁੰਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ 'ਤੇ ਗੁਰੂ ਦਿਆਲੂ ਹੋ ਜਾਂਦਾ ਹੈ ਸੋ ਗੁਰਮੁਖ, ਉਹ ਗੁਰਮੁਖ ਹੈ। ਕਿਉਂਕਿ ਗੁਰਮੁਖ ਹੀ ਜਨਮ ਸਵਾਰ ਕੇ ਦਰਗਾਹ ਨੂੰ ਜਾਂਦਾ ਹੈ। ਉਹਨੇ ਗੁਰੂ ਦੇ ਪਾਸੋਂ ਉਪਦੇਸ਼ ਲੈ ਕੇ ਹਰ ਜਪ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਜਿਣਕਾ ਇਸ ਜਨਮ ਨੂੰ ਉਸਨੇ ਜਿੱਤ ਲਿਆ, ਸਫਲ ਹੋ ਗਿਆ, ਸਕਸੈਸ ਹੋ ਗਿਆ, ਮਨ ਨੂੰ ਜਿੱਤ ਲਿਆ। ਜਿਹੜਾ ਮਨ ਜਿੱਤ ਗਿਆ, ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਨਾ ਭਾਈ, ਉਸਨੇ ਆਪਣਾ ਮਨੁੱਖਾ ਜਨਮ ਜਿਹੜਾ ਉਹ ਸਫਲਾ ਕਰ ਲਿਆ। ਉਹ ਮਨੁੱਖਾ ਸੋ ਜਨਮ ਉਹ ਜਿੱਤ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੋ ਅਸਲ ਪ੍ਰਯੋਜਨ ਜਿਹੜਾ ਨਾ ਉਹ ਤੇਰਾ ਹੈਗਾ ਵੀ ਇਸ ਜਨਮ ਨੂੰ ਸਫਲਾ ਕਰਨਾ, ਮਨੁੱਖਾ ਜਨਮ ਜਿਹੜਾ ਉਹ ਜਿੱਤਣਾ। ਸੋ ਜੇ ਹਾਰ ਗਿਆ, ਜੇ ਤਾਂ ਜਿੱਤ ਗਿਆ ਫਿਰ ਤਾਂ ਸੋ ਇੱਥੋਂ ਹੀ ਜਦੋਂ ਸੰਸਾਰ ਤੋਂ ਹੀ ਉਹ ਕੂਚ ਕਰਦਾ ਉਦੋਂ ਹੀ ਇੱਜ਼ਤ ਮਾਣ ਮਿਲਦਾ। ਮਹਾਰਾਜ ਕਹਿੰਦੇ ਸੋ ਪਤ ਸਿਉ ਜਾਈਏ, ਪਤ ਸਿਉ ਮਤਲਬ ਇੱਥੋਂ ਵੀ ਇੱਜ਼ਤ ਦੇ ਨਾਲ ਜਾਂਦਾ। ਆਗੇ ਦੁੱਖ ਨਾ ਲੱਗੈ, ਸੱਚੇ ਪਾਤਸ਼ਾਹ ਕਹਿੰਦੇ ਆਗੇ ਦੁੱਖ ਨਹੀਂ ਲੱਗਦਾ। ਹਰ ਦਰਗਹਿ ਪਹਿਨਾਈਐ,
ਜਦੋਂ ਦਰਗਾਹ ਦੇ ਵਿੱਚ ਪਹੁੰਚਦਾ, ਜਿਸਨੇ ਆਪਣਾ ਜਨਮ ਜਿੱਤਿਆ ਹੁੰਦਾ, ਜਨਮ ਸਫਲਾ ਕਰਕੇ ਜਿਹੜੇ ਜਾਂਦੇ ਹੈ, ਉਹ ਦਰਗਾਹ ਦੇ ਵਿੱਚ ਮਾਣ ਸਤਿਕਾਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਪਾਸੋਂ ਪਾਉਂਦੇ ਨੇ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸੋ ਆਕਾਸ਼ ਦੀਆਂ ਪੁਰੀਆਂ ਦੇ ਲੋਕ ਵੀ ਉਸ ਦਾ ਮਾਣ ਸਤਿਕਾਰ ਕਰਦੇ ਵੀ ਗੁਰਮੁਖ ਦੀ ਸਵਾਰੀ ਜਾ ਰਹੀ ਹੈ। ਕਿਉਂ? ਸੰਸਾਰ ਤੋਂ ਆਪਣਾ ਜਨਮ ਜਿੱਤ ਕੇ ਆਇਆ। ਅਤੇ ਜਨਮ ਜਿੱਤ ਹੁੰਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੁਆਰਾ ਨਾਮ ਜਪ ਕੇ, ਗੁਰੂ ਦੁਆਰਾ ਬਾਣੀ ਪੜ੍ਹ ਕੇ, ਗੁਰੂ ਦੁਆਰਾ ਬਾਣੀ ਦੀ ਵਿਚਾਰ ਕਰਕੇ ਹੀ ਇਸ ਜਨਮ ਨੂੰ ਜਿੱਤਿਆ ਜਾਂਦਾ ਹੈ। ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਵਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸਿੱਧੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰਿ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਭਾਵੇਂ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਉਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ। ਕੌਲਾਂ ਜਿਤ ਕਰਤਾਰੀਆ, ਪੰਜ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ। ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈਸ ਹੋਆ। ਤਿਤ ਕਰਨ ਹਦ ਵਾਜੇ, ਅਨ ਸੁਣੋ ਬੜ ਭਾਗਿਓ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ। ਤੁਮਰੀ ਕਿਰਪਾ ਮਹਿ ਸੁਖ ਕਨੇਰੇ, ਕੋਇ ਨ ਜਾਣੈ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ। ਵਾਹਿਗੁਰੂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਨਾਮ ਜੀ ਤੁਹਾਡੇ ਦਸਾਂ ਪਾਤਸ਼ਾਹਾਂ ਦੇ ਹੁਕਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਗ ਦਾ ਧਿਆਨ ਕਰੋ। ਬੋਲੋ ਜੀ।
ਵਾਹਿਗੁਰੂ ਪੰਜਾਬ ਪਿਆਰਿਆਂ 64 ਜਾਤੀਆਂ 40 ਫਤਿਹਾਂ ਇਕੱਠੀਆਂ ਲਿਖੀਆਂ ਤੱਕੀਆਂ ਸਿੱਖਵਾਨਾਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵੰਡ ਦੇਖ ਕੇ ਅੰਮ੍ਰਿਤ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਕੇ ਸੀਸ ਤੇ ਬੰਦ ਬੰਦ ਕਰਵਾਏ ਫੂਕੀਆਂ ਲਹਾਈਆਂ ਚੱਕੜੀਆਂ ਦੀ ਘੜੀ ਨਾਲ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਨੇ ਹਾਰਿਆ ਸਿੱਧੀ ਸੰਸਵਾਸਾਂ ਤੇਰਾ ਸੋਹੀ ਦਾ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਸਰਕਾਰ ਦਰਬਾਰ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਰਤਮਾਨ ਸਬਤ ਖਾਲਸਾ ਜੀ ਕੀ ਅਰਦਾਸ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਵੈ ਚਿਤਿਆ ਵੈ ਸਦਕਾ ਸਭ ਸੁਖ ਹੋ ਬਲੀ ਨਾ ਜਪ ਖਾਲਸਾ ਜੀ ਸੰਤਾਂ ਦਾ ਚਿਰ ਦੇਖ ਦੇਖ ਬੰਦੇ ਵਰਤ ਕੀ ਹੈ ਮਤ ਕੀ ਸਹਿਬ ਕੀ ਖਾਲਸਾ ਜੀ ਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਬਖਸ਼ੋ ਸਿੱਖੀ ਦਾ ਕੇਸ ਦਾ ਪੈਰ ਦਾ ਵੇਦ ਦਾ ਸਾਧ ਦਾ ਦਾਦਾ ਸਦਾ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਬਖਸ਼ੋ ਚੌਂਕੀਆਂ ਚੰਗੇ ਗੁੰਗੇ ਦੀ ਗੁਰੂ ਦਾ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਹੀਂ ਮਤ ਜੀਵਤ ਪੱਕੀ ਰੱਖਿਆ ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਇਤਨੇ ਦੀਆਂ ਬਾਣੀਆਂ ਦੇ ਜਾਪ ਹੋਏ ਆਸਾ ਜੀ ਵਾਰ ਦੇ ਕੀਰਤਨ ਸ਼ਬਦ ਦੀ ਉਚਾਰਨਾ ਸਹਿਬ ਦੇ ਸ਼ਿਫਾ ਭੁੱਲਾਂ ਚੁੱਕਾਂ ਦੀ ਖਿਮਾ ਕਰਦੀ ਬਾਣੀ ਦਾ ਮਹਾਤਮ ਸੰਤਾਂ ਨੂੰ ਬਖਸ਼ਣਾ ਫਿਰ ਫੁੱਲ ਹਾਜ਼ਰ ਕਰਨਾ ਸਰਬੱਤ ਸੰਤਾਂ ਦੀਆਂ ਕਾਮਨਾਵਾਂ ਗੁਰਮਤਿ ਬਖਸ਼ਿਆ ਦਾਤਾ ਜੋ ਰਾਹ ਪ੍ਰਸ਼ਾਦੀਆਂ ਦੀ ਕਹਾ ਜਿਵੇਂ ਕਰੀ ਬਾਦਸ਼ਾਹ ਚੀਤ ਪ੍ਰਸ਼ਾਦ ਸ਼ਬਦ ਦਾ ਤੇ ਜੋ ਸ਼ਿਕਿਆ ਆਪਣਾ ਨਾਮ ਬਖਸ਼ੋ ਸੰਗਤਾਂ ਨੂੰ ਨਿਹਾਲ ਤੋਂ ਮੇਰੀ ਸਹੀ ਪਿਆਰੇ ਕਰਨੇ ਜੋਦੇ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਕੀ ਪਿਛਲਾਇਓ ਪੰਥ ਸਿੱਖ ਸੰਤੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਪ੍ਰਭ ਕੋ ਮਲੋਚਾ ਖੋਜ ਸ਼ਬਦ ਮੈਂ ਲੇ ਰਾਜ ਕੋਈ ਗਾਕਾਰ ਆਕੀ ਰਹੇ ਨਾ ਕੋਏ ਆਰ ਹੋਏ ਸੰਭਲਾਂ ਬਚੇ ਸ਼ਰਨ ਜੋ ਹੋਏ ਗੁਰੂ ਨਾਮ ਜਹਾਜ ਚੜੇ ਸ ਉਤਰੇ ਪਾਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ ਕੇ ਹਾਥ ਮੈਂ ਕਲਗੀ ਸੋ ਹੈ ਸੀ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਾਰ ਜਗਦੀਸ਼ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੋ ਕਉ ਟਲ ਗੁਰ ਸੇਵੀਆ ਐਨ ਸਹਿ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੇ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਵਿ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ
ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲ ਜਨਮ ਸਨਾਥਾ। ਮੁਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਰ ਜਗन्नाथा। ਹਮ ਆਂਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਂਜੈ, ਜਨ ਨਾਨਕ ਚਲਹਿ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।